ਲੜੀਵਾਰ ਕਥਾ ਸਤਿਗੁਰਾਂ ਦੇ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ। ਰਾਗ ਤਿਲੰਗ ਦੇ 9ਵੇਂ ਪਾਤਸ਼ਾਹ ਦੇ 2 ਸ਼ਬਦ ਆਪਾਂ ਕੱਲ ਵਿਚਾਰੇ ਸਨ। 3 ਸ਼ਬਦ ਨੇ ਕੁੱਲ ਸਤਿਗੁਰੂ 9ਵੇਂ ਪਾਤਸ਼ਾਹ ਦੇ। ਅੱਜ ਤੀਸਰਾ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ 727 ਅੰਗ ਤੇ। ਸਰਵਣ ਕਰੀਏ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਨਾਵਾਂ ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ। ਰਾਗ ਤਿਲੰਗ ਹੈ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸ੍ਰੀ ਮੁਖਵਾਕ ਸ਼ਬਦ ਹੈ। ਹੇ ਮੇਰਿਆ ਮਨਾ, ਸਮਾਂ ਹੈ ਕਿ ਹਲੇ ਵੀ ਹਰੀ ਦਾ ਜਸ ਗਾ ਲੈ। ਪਿੱਛੇ ਕਹਿ ਆਏ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਨਿਸ ਦਿਨ ਮੈਂ ਪ੍ਰਾਣੀ ਦਾ ਮਤਲਬ ਹੁੰਦਾ ਵੀ ਰਾਤ ਦਿਨ ਇੱਕ ਕਰਕੇ ਜੇ ਰੱਬ ਦਾ ਚਿੰਤਨ ਕਰਨਾ। ਜਿਵੇਂ ਆਪਾਂ ਕਹਿ ਦਿੰਦੇ ਆ ਨਾ ਵੀ ਫਲਾਣੇ ਨੇ ਇਸ ਕੰਮ ਲਈ ਰਾਤ ਦਿਨ ਇੱਕ ਕਰ ਦਿੱਤਾ। ਪਾਤਸ਼ਾਹ ਕਹਿੰਦੇ ਰਾਤ ਦਿਨ ਇੱਕ ਕਰਕੇ ਚੇਤ ਪਰਮੇਸ਼ਰ। ਸਮਾਂ ਹੈ ਮੇਰਿਆ ਮਨਾ, ਹਾਲੇ ਵੀ ਵੇਲਾ ਹੈ ਕਿ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਸ ਉਹ ਗਾਲ ਹੈ, ਕਿਉਂਕਿ ਇਹੀ ਤੇਰਾ ਸੰਗੀ। ਜੋ ਸੰਗੀ ਹੈ ਤੇਰੋ, ਜੋ ਤੇਰੇ ਸੰਗੀ ਤੇਰੇ ਨਾਲ ਨਿਭਣ ਵਾਲਾ। ਬਾਕੀ ਤਾਂ ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਇਹ ਤਾਂ ਸੰਗੀ ਸਾਥੀ ਛੱਡ ਜਾਣ ਵਾਲੇ ਨੇ। ਜੋ ਤੇਰਾ ਸੰਗੀ ਹੈ, ਜਿਸਨੇ ਤੇਰੇ ਹਮੇਸ਼ਾ ਅੰਗ ਸੰਗ ਰਹਿਣਾ। ਜਿੱਥੇ ਕਿਸੇ ਵੀ ਨਾਲ ਨਹੀਂ ਨਿਭਣਾ, ਜਹ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਂ ਪਿਓ ਭਰਾ ਰਿਸ਼ਤੇਦਾਰ ਸਰਬੰਧੀਆਂ ਨੇ, ਕਿਸੇ ਨੇ ਵੀ ਸਹਾਈ ਨਹੀਂ ਹੋਣਾ, ਉੱਥੇ ਇਸ ਹਰੀ ਨਾਮ ਨੇ ਤੇਰਾ ਸੰਗੀ ਹੋਣਾ, ਇਸੇ ਨੇ ਤੇਰੀ ਸਹਾਇਤਾ ਕਰ। ਕੇਵਲ ਹਰੀ ਨਾਮ ਹੈ ਜਿਹੜਾ ਤੈਨੂੰ ਛਡਾਉਣ ਵਾਲਾ। ਇਹਦੇ ਤੋਂ ਬਿਨਾਂ ਹੋਰ ਕੋਈ ਸੰਗੀ। ਪਰਮੇਸ਼ਰ ਦਾ ਗਾਇਆ ਹੋਇਆ ਜਸ, ਅਕਾਲ ਪੁਰਖ ਦੀ ਕੀਤੀ ਹੋਈ ਵਡਿਆਈ, ਗੁਰੂ ਪਾਤਸ਼ਾਹ ਦੀ ਕੀਤੀ ਹੋਈ ਸੋਭਾ, ਇਹ ਤੇਰੇ ਸੰਗੀ, ਤੇਰੇ ਨਾਲ ਨਿਭਣ ਵਾਲੀ। ਇਸ ਕਰਕੇ ਮੇਰਿਆ ਮਨਾ ਹਰੀ ਦਾ ਜਸ ਗਾ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ। ਵੇਖੋ ਕਿੰਨਾ ਕੁਝ ਮਿਲਦਾ ਹਰ ਜਸ ਗਾ ਕੇ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ। ਸਰਬ ਸੁਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਾਰੇ ਸੁਖ ਇਹਦੇ ਵਿੱਚ ਹਨ। ਜੋ ਤੇਰੇ ਸੰਗੀ ਹੈ, ਹੇ ਮੇਰਿਆ ਮਨਾ, ਐਸੇ ਹਰੀ ਜਸ ਨੂੰ ਗਾ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਹੇ ਮੇਰਿਆ ਮਨਾ, ਵੇਲਾ ਲੰਘੀ ਜਾਂਦਾ, ਅਵਸਰ ਵਾਰੀ ਹੈ ਤੈਨੂੰ ਮਿਲੀ ਹੋਈ ਹੈ, ਲੰਘੀ ਜਾ ਰਹੀ ਹੈ, ਬੀਤਦੀ ਜਾ ਰਹੀ ਹੈ। ਹਾਲੇ ਵੀ ਮੇਰਾ ਕਿਹਾ ਮੰਨ ਲੈ, ਕੁਝ ਨਹੀਂ ਵਿਗੜਿਆ। ਅੱਜ ਹੁਣ ਸਮਝ ਕੱਚ ਵਿਗੜਿਓ ਨਾ ਹਨ। ਹਾਲੇ ਵੀ ਸਮਝ ਜਾ ਕੁਝ ਵਿਗੜਿਆ ਨਹੀਂ ਹੈ। ਅਵਸਰ ਬੀਤਦਾ ਜਾ ਰਿਹਾ ਹੈ। ਤੈਨੂੰ ਜਿਹੜੀ ਮਿਲੀ ਹੈ ਵਾਰੀ ਪਰਮੇਸ਼ਰ ਕੋਲੋਂ, ਇਹ ਮਨੁੱਖਾ ਜਨਮ ਵਾਰੀ ਹੈ, ਇਹ ਵਾਰੀ ਤੇਰੇ ਹੱਥੋਂ ਖਿਸਕਦੀ ਜਾ ਰਹੀ। ਜਿਵੇਂ ਰੇਤ ਦੀ ਮੁੱਠੀ
ਘੁੱਟ ਕੇ ਜਿੰਨੀ ਘੁੱਟਣ ਦਾ ਯਤਨ ਕਰਦਾ, ਰੇਤ ਓਨੀ ਖਿਸਕਦੀ ਚਲੀ ਜਾਂਦੀ ਹੱਥ 'ਚ। ਇਸ ਕਰਕੇ ਜਿੰਨਾ ਤੂੰ ਯਤਨ ਕਰਦਾ ਵੀ ਇਹ ਨਾ ਬੀਤੇ, ਬੀਤ ਰਿਹਾ। ਹਾਲੇ ਵੀ ਵੇਲਾ, ਮੇਰਾ ਕਿਹਾ ਮੰਨ ਲੈ। ਜੇ ਵੇਲਾ ਲੰਘ ਗਿਆ ਤੇਰੇ ਹੱਥੋਂ ਤੇ ਮੁੜ ਕੇ ਵੇਲਾ ਨਹੀਂ ਜੇ ਮਿਲਣਾ। ਹਾਂਜੀ। ਰਹਾਓ ਸੰਪਤ ਰਥ ਧਨ ਰਾਜ ਸਿਓ ਅਤ ਨੇਹੋ ਲਗਾਇਓ। ਕਹਿੰਦੇ ਸੰਪਤੀ ਵਿਭੂਤੀ ਸੰਪਦਾ ਰਥ ਵਾਹਨ ਧਨ ਰਾਜ ਇਹਦੇ ਨਾਲ ਤੂੰ ਅੱਤ ਦਾ ਨੇਹ ਲਾਈ ਬੈਠਾ। ਇਹਦੇ ਨਾਲ ਤੂੰ ਆਪਣਾ ਅੱਤ ਦਾ ਨੇਹ ਜੋੜੀ ਬੈਠਾ। ਯਾਨੀ ਕਿ ਇਸੇ ਦੇ ਮੋਹ ਵਿੱਚ, ਇਸੇ ਦੀ ਮਮਤਾ ਵਿੱਚ ਤੂੰ ਫਸਿਆ ਹੋਇਆ ਹੈ। ਕਾਲ ਫਾਸ ਜਬ ਗਲ ਪਰੀ ਸਭ ਭਇਓ ਪਰਾਇਓ। ਜਿਹਦੇ ਨਾਲ ਤੂੰ ਨੇਹ ਲਾਈ ਬੈਠਾ, ਜਦੋਂ ਕਾਲ ਦੀ ਫਾਹੀ ਤੇਰੇ ਗਲ 'ਚ ਪਈ ਤੇ ਸਾਰਾ ਕੁਝ ਤੇਰੇ ਲਈ ਬਗਾਨਾ ਹੋ ਜਾਣਾ, ਪਰਾਇਆ ਹੋ ਜਾਣਾ। ਕਿ ਦੂਜਿਆਂ ਨੇ ਕਬਜ਼ਾ ਕਰ ਲੈਣਾ ਇਹਦੇ ਤੇ ਆ ਕੇ, ਦੂਜਿਆਂ ਨੇ ਮਾਲਕ ਬਣ ਜਾਣਾ। ਉਹ ਤਾਂ ਪਹਿਲਾਂ ਹੀ ਵਸੀਹਤ ਤਾਂ ਪਹਿਲਾਂ ਹੀ ਲਿਖਾ ਲੈਂਦੇ। ਨਾ ਵੀ ਲਿਖੇਗਾ ਬਾਅਦ 'ਚ ਫਿਰ ਵੀ ਉਹਨਾਂ ਨੇ ਵਾਰਸ ਆਪੇ ਆ ਬਣਨਾ। ਫਿਰ ਸੱਜੇ ਖੱਬਿਓਂ ਕਈ ਵਾਰਸ ਨਿਕਲ ਆਉਂਦੇ। ਇਸ ਕਰਕੇ ਸੱਜਣਾ, ਇਹ ਕਾਲ ਦੀ ਫਾਹੀ ਹੈ ਜਿਹੜੇ ਤੇਰੇ ਗਲ 'ਚ ਪਈ ਹੋਈ ਹੈ। ਜਦੋਂ ਪੈ ਗਈ, ਯਾਨੀ ਕਿ ਕਾਲ ਦਾ ਗਰਾਸ ਹੋ ਗਿਆ, ਤਾਂ ਉੱਪਰ ਜਿੰਨਾ ਕੁਝ ਦੱਸਿਆ ਸੰਪਤ ਰਥ ਧਨ ਰਾਜ, ਇਹ ਸਾਰਾ ਕੁਝ ਤੇਰੇ ਲਈ ਬਗਾਨਾ ਹੋ ਜਾਏਗਾ। ਜਾਨ ਬੂਝ ਕੇ ਬਾਵਰੇ ਤੈਂ ਕਾਜ ਬਿਗਾੜਿਓ। ਐਸਾ ਨਹੀਂ ਕਿ ਤੈਨੂੰ ਪਤਾ ਨਹੀਂ ਸੀ ਕੁਝ, ਤੂੰ ਅਣਜਾਣ ਪੁਣੇ 'ਚ ਆਪਣਾ ਕੰਮ ਵਿਗਾੜਿਆ। ਤੂੰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਇੱਕ ਤਾਂ ਹੁੰਦਾ ਵੀ ਚਲੋ ਪਸ਼ੂ ਹੈ ਉਹ ਅਣਜਾਣ ਹੁੰਦਾ, ਪਰ ਤੂੰ ਤਾਂ ਮਨੁੱਖ ਹੈ, ਤੂੰ ਤਾਂ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਹੱਥ 'ਚ ਦੀਵਾ ਫੜ ਕੇ ਵੀ ਖੂਹ 'ਚ ਡਿੱਗੇ ਤੇ ਇਹਦੇ 'ਚ ਕਿਸੇ ਦਾ ਕਸੂਰ ਨਹੀਂ। ਬਨ ਜਾਣਤ ਸਭ ਬਾਤ ਜਾਣਤ ਹੀ ਔਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰ। ਕਿਹਦੇ ਮਨ ਨੂੰ ਨਹੀਂ ਪਤਾ ਵੀ ਝੂਠ ਬੋਲਣਾ ਮਾੜਾ। ਕਿਸ ਦੇ ਮਨ ਨੂੰ ਨਹੀਂ ਪਤਾ ਕਿ ਕਿਸੇ ਨਾਲ ਠੱਗੀ ਕਰਨੀ ਮਾੜੀ। ਕਿਸ ਨੂੰ ਨਹੀਂ ਪਤਾ ਕਿ ਭਾਈ ਨਿੰਦਾ ਕਰਨੀ ਮਾੜੀ, ਚੁਗਲੀ ਕਰਨੀ ਮਾੜੀ। ਹਰ ਇੱਕ ਨੂੰ ਪਤਾ, ਫਿਰ ਵੀ ਕਰਦੇ ਹਾਂ, ਫਿਰ ਵੀ ਕਰ ਰਹੇ ਹਾਂ। ਇਹ ਹੁੰਦਾ ਵੀ ਜਾਣ ਬੁੱਝ ਕੇ ਆਪਣਾ ਕੰਮ ਵਿਗਾੜਨਾ। ਬੈਠਾ ਸੀ ਇੱਕ ਜ਼ਿਮੀਂਦਾਰ, ਕਿੱਕਰਾਂ ਦੀ ਫਸਲ ਬੀਜ ਕੇ। ਕਿੱਕਰਾਂ ਦੀ ਉਸ ਫਸਲ ਦਾ ਰਾਖਾ ਬਣ ਕੇ ਬੈਠਾ ਹੈ, ਔਰ ਕੀਮਤੀ ਵਡੂਰਜ ਮਣੀਆਂ ਦਾ ਇੱਕ ਘੜਾ ਉਹਨੂੰ ਮਿਲਿਆ। ਕਿੱਕਰਾਂ ਦੇ ਦਰਖਤ ਨੂੰ ਕਾਵਾਂ ਵੱਲ ਵੇਖ ਕੇ ਵੀ ਕਾਂ ਆਉਂਦੇ ਆ ਭੱਜ ਕੇ ਉਹਨਾਂ ਨੂੰ ਉਡਾਉਣ ਲਈ, ਵੀ ਮੇਰੀ ਇਸ ਫਸਲ ਨੂੰ ਇਹ ਤਬਾਹ ਨਾ ਕਰਨ। ਉਹਨਾਂ ਮਣੀਆਂ ਨੂੰ, ਉਹ ਗੁੰਫਚਾ ਹੁੰਦਾ ਇੱਕ ਗੁਲੇਲ, ਗੁੰਫੀਆ ਵੀ ਕਹਿ ਦਿੰਦੇ ਆ ਉਹਨੂੰ, ਗੁੰਫੀਆ, ਔਰ ਰੱਸੀ ਦੇ ਨਾਲ ਬਣਾਇਆ ਹੁੰਦਾ। ਉਹ ਆਮ ਕਰਕੇ ਸਾਡੇ ਪਿੰਡਾਂ 'ਚ ਉਹਨੂੰ ਘੁਮਾਣੀ ਵੀ ਕਹਿ ਦਿੰਦੇ, ਨਗਰਾਂ 'ਚ। ਉਹਦੇ ਵਿੱਚ ਪਾਉਂਦਾ, ਵਗਾ ਕੇ ਦੂਰ ਮਾਰਦਾ, ਸਾਰੀਆਂ ਮਣੀਆਂ ਗਵਾਈ ਜਾ ਰਿਹਾ। ਰਾਖੀ ਕਾਹਦੀ ਕਰ ਰਿਹਾ? ਕਿੱਕਰਾਂ ਦੀ। ਤਕਰੀਬਨ ਇਹੀ ਹਾਲਾਤ ਮਨੁੱਖ ਦੇ ਨੇ। ਵਿਕਾਰਾਂ ਦੇ ਕਿੱਕਰਾਂ ਦੀ ਰਾਖੀ ਕਰਨ ਲਈ ਕੀਮਤੀ ਦੁਰਲਭ ਸਵਾਸ, ਜੋ ਕਿਸੇ ਬਡੂਰਜ ਮਣੀਆਂ ਤੋਂ ਘੱਟ ਨਹੀਂ, ਗਵਾਈ ਜਾ ਰਿਹਾ। ਫਿਰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ। ਪਾਤਸ਼ਾਹ ਇੱਥੇ ਸਪਸ਼ਟ ਕਰਦੇ ਨੇ,
ਜਾਨ ਬੂਝ ਕੈ ਬਾਵਰੇ ਤੈ ਕਾਜ ਬਿਗਾਰਿਓ। ਇਹ ਬਾਵਰੇ, ਤੂੰ ਜਾਣ ਬੁੱਝ ਕੇ ਆਪਣਾ ਕੰਮ ਵਿਗਾੜ ਰਿਹਾ। ਇੱਕ ਤਾਂ ਹੁੰਦਾ ਵੀ ਅਣਜਾਣ, ਅਣਜਾਣ ਨਹੀਂ ਸੀ, ਜਾਣਦਾ ਸੀ। ਜਾਣ ਬੁੱਝ ਕੇ ਤੂੰ ਆਪਣਾ ਕੰਮ ਵਿਗਾੜ ਰਿਹਾ ਹੈ। ਪਾਪ ਕਰਤ ਸੁਖ ਚਿਓ ਨਹੀਂ, ਨਹਿ ਗਰਭ ਨਿਵਾਰਿਓ। ਕਹਿੰਦੇ ਪਾਪ ਕਰਦਿਆਂ ਤੂੰ ਮਨ ਚ ਮਾੜਾ ਮੋਟਾ ਵੀ ਸ਼ਰਮ ਨਹੀਂ ਕੀਤੀ, ਸੁਖਚਿਆ ਨਹੀਂ ਵੀ ਨਹੀਂ ਯਾਰ ਮੈਂ ਨਹੀਂ ਕਰਨਾ। ਮਾੜਾ ਮੋਟਾ ਵੀ ਨਾ ਨਹੀਂ ਤਾਂ ਕਿਸੇ ਨੇ ਸੁਲਾ ਮਾਰੀ ਹੋਵੇ ਨਾ, ਆਪਾਂ ਮਾੜੀ ਮੋਟੀ ਪਹਿਲਾਂ ਨਾ ਨੁੱਕਰ ਜੀ ਕਰਦੇ, ਨਹੀਂ ਜੀ ਬਸ ਜੀ ਬਸ, ਇੰਨਾ ਵੀ ਨਹੀਂ ਸੁਖਚਿਆ ਤੂੰ ਪਾਪ ਕਰਨ ਵੇਲੇ, ਮਾੜਾ ਮੋਟਾ ਵੀ ਨਹੀਂ ਸੁਖਚਿਆ। ਔਰ ਉਸ ਪਾਪ ਦੇ ਵਿੱਚ ਪ੍ਰਵਿਰਤ ਹੋ ਗਿਆ, ਔਰ ਨਾ ਆਪਣੇ ਹਿਰਦੇ ਦਾ ਹੰਕਾਰ ਦੂਰ ਕੀਤਾ, ਹਉਮੈ ਵੀ ਦੂਰ ਨਹੀਂ ਕੀਤੀ, ਨਾ ਪਾਪ ਕਰਦਿਆਂ ਸ਼ਰਮ ਕੀਤੀ, ਲਾਜ ਕੀਤੀ, ਮਾੜੀ ਮੋਟੀ ਵੀ ਲਾਜ ਨਹੀਂ ਕੀਤੀ, ਔਰ ਨਾ ਹੀ ਆਪਣੇ ਹਿਰਦੇ ਦੇ ਹੰਕਾਰ ਨੂੰ ਨਿਵਾਰਿਆ। ਜਿਹ ਬਿਦ ਗੁਰ ਉਪਦੇਸਿਆ, ਸੋ ਸੁਨ ਰੇ ਭਾਈ। ਇਹ ਭਾਈ ਜਿਵੇਂ ਤੈਨੂੰ ਤੇਰੇ ਗੁਰੂ ਨੇ ਉਪਦੇਸ਼ ਦਿੱਤਾ, ਗੁਰੂ ਦਾ ਉਪਦੇਸ਼ ਸੁਣ ਵੀ ਸਤਿਗੁਰੂ ਜੀ ਕੀ ਕਹਿੰਦੇ ਨੇ। ਗੁਰੂ ਪਾਤਸ਼ਾਹ ਦਾ ਉਪਦੇਸ਼ ਸੁਣ, ਸਤਿਗੁਰਾਂ ਦਾ ਉਪਦੇਸ਼ ਸੁਣ, ਸਤਿਗੁਰੂ ਜੀ ਕੀ ਆਖਦੇ ਨੇ ਤੈਨੂੰ, ਕੀ ਉਪਦੇਸ਼ ਦਿੰਦੇ ਨੇ। ਜੋ ਉਪਦੇਸ਼ ਸਤਿਗੁਰੂ ਜੀ ਤੈਨੂੰ ਦੇ ਰਹੇ ਨੇ, ਹੇ ਮੇਰੇ ਭਾਈ, ਹੇ ਮੇਰੇ ਵੀਰ, ਤੂੰ ਸਤਿਗੁਰਾਂ ਦਾ ਉਹ ਉਪਦੇਸ਼ ਧਿਆਨ ਨਾਲ ਸੁਣ, ਗਹੁ ਨਾਲ ਸੁਣ। ਹਾਂਜੀ, ਨਾਨਕ ਕਹਿਤ ਪੁਕਾਰ ਕੈ, ਗਹੁ ਪ੍ਰਭ ਸਰਨਾਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ, ਪੁਕਾਰ ਕੇ ਮਹਾਰਾਜ ਜੀ ਕਹਿੰਦੇ, ਉੱਚੀ ਆਵਾਜ਼ 'ਚ ਕਹਿੰਦੇ ਹਾਂ ਕਿ ਹਾਲੇ ਵੀ ਸਮਾਂ ਹੈ, ਤੂੰ ਉਸ ਪ੍ਰਭੂ ਦੀ ਸ਼ਰਨ ਨੂੰ ਗ੍ਰਹਿਣ ਕਰ ਲੈ, ਰੱਬ ਦੀ ਪਨਾਹ 'ਚ ਪੈ ਜਾ, ਉਹਦੀ ਸ਼ਰਨ ਵਿੱਚ ਆਪਣੇ ਆਪ ਨੂੰ ਸਮਰਪਣ ਕਰ ਦੇ। ਤਿਲੰਗ ਬਾਣੀ ਭਗਤਾ ਕੀ, ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਤਲੰਗ ਬਾਣੀ ਭਗਤਾਂ ਦੀ ਆਰੰਭ ਹੁੰਦੀ ਹੈ, ਕਬੀਰ ਜੀ ਦੇ ਸ਼ਬਦ ਚੱਲਣ ਲੱਗੇ ਹਨ, ਮੰਗਲਾਚਰਨ ਕਰਦੇ ਨੇ, ਵਾਹਿਗੁਰੂ ਇੱਕ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਬੇਦਕ ਤੇਵ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ। ਕਬੀਰ ਜੀ ਮਹਾਰਾਜ ਸ਼ਬਦ ਉਚਾਰਨ ਕਰ ਰਹੇ ਨੇ, ਇੱਕ ਪੰਡਤ ਤੇ ਇੱਕ ਕਾਜੀ ਮੌਲਵੀ ਦੋਵੇਂ ਬੈਠੇ ਬਹਿਸ ਕਰ ਰਹੇ ਨੇ। ਪੰਡਤ ਕਹਿੰਦਾ ਸਾਡੇ ਵੇਦ ਸਹੀ ਨੇ, ਤੁਹਾਡੇ ਪੁਰਾਣ ਚ ਕੁਰਾਨ ਚ ਆ ਗਲਤ ਲਿਖਿਆ। ਉਹ ਕਹਿੰਦਾ ਸਾਡੀ ਕੁਰਾਨ ਸਹੀ, ਤੁਹਾਡੇ ਵੇਦਾਂ ਚ ਆ ਗਲਤ ਲਿਖਿਆ। ਜਦੋਂ ਬੰਦਾ ਧੜੇਬੰਦੀ ਚ ਵੱਧ ਜਾਂਦਾ ਤੇ ਉਹ ਆਪਣੀ ਦੂਸ਼ਣਬਾਜ਼ੀ ਫਿਰ ਦੂਜਿਆਂ ਦੇ ਜਿਹੜੇ ਧਰਮ ਗ੍ਰੰਥ ਨੇ ਉਹਨਾਂ ਤੇ ਚਿੱਕੜ ਉਛਾਲ ਕੇ ਵੀ ਤੁਹਾਡੇ ਗ੍ਰੰਥਾਂ ਚ ਆ ਗਲਤ ਲਿਖਿਆ, ਆ ਗਲਤ ਲਿਖਿਆ, ਫਿਰ ਉਹਨਾਂ ਦੇ ਧਰਮ ਗ੍ਰੰਥਾਂ ਤੇ ਉਂਗਲੀਆਂ ਕਰਦਾ। ਜਦੋਂ ਧੜੇਬੰਦੀ ਚ ਆਪ ਵੱਜਾ ਹੁੰਦਾ ਤੇ ਹੁਣ ਉਹਦੇ ਤੇ ਜ਼ੋਰ ਨਹੀਂ ਚੱਲਦਾ, ਫਿਰ ਉਹਨਾਂ ਦੇ ਧਰਮ ਗ੍ਰੰਥਾਂ ਨੂੰ ਮਾੜਾ ਕਹਿਣਾ ਸ਼ੁਰੂ ਕਰ ਦਿੰਦਾ। ਇਹ ਵੱਜੇ ਤੇ ਆਪਣੀ ਸ਼ਰ੍ਹਾ ਵਿੱਚ ਹੋਏ ਸੀ, ਕੱਟੜਤਾ ਵਿੱਚ, ਤੇ ਦੂਸ਼ਣਬਾਜ਼ੀ ਇੱਕ ਦੂਜੇ ਦੇ, ਉਹ ਵੇਦਾਂ ਤੇ ਕਰ ਰਿਹਾ ਜਿਹੜਾ ਮੌਲਵੀ ਹੈ, ਪੰਡਤ ਜਿਹੜਾ ਉਹਨਾਂ ਦੀ ਕੁਰਾਨ ਤੇ ਕਰ ਰਿਹਾ, ਕਤੇਬਾਂ ਤੇ ਕਰ ਰਿਹਾ। ਭਗਤ ਜੀ ਮਹਾਰਾਜ ਜੀ ਕੋਲ ਬੈਠੇ ਵੇਖਦੇ ਤੇ ਫਿਰ ਦੋਨਾਂ ਨੂੰ ਸੰਬੋਧਨ ਕੀਤਾ। ਆਖਿਆ ਉਹ ਸੁਣੋ ਪੰਡਤ ਜੀ, ਮੌਲਵੀ ਸਾਹਿਬ ਸੁਣੋ, ਵੇਦ ਕਤੇਬ ਇਫਤਰਾ ਭਾਈ। ਵੇਦਾਂ ਤੇ ਕਤੇਬਾਂ ਨੂੰ, ਇਫਤਰਾ ਦਾ ਮਤਲਬ ਹੁੰਦਾ ਫਰੋਲ ਕੇ ਪੜਨ ਨਾਲ। ਪੜਿਆ ਹੈ ਪਰ ਉਸ ਨੂੰ ਧਾਰਨ ਨਹੀਂ ਕੀਤਾ। ਪੜ ਲਿਆ ਪਰ ਹਿਰਦੇ 'ਚ ਧਾਰਿਆ ਨਹੀਂ, ਤੇ ਕੇਵਲ ਫਰੋਲਣ ਨਾਲ ਜਾਂ ਪੜਨ ਮਾਤਰ ਨਾਲ ਤੁਹਾਡੇ ਦਿਲ ਦਾ ਆ ਫਿਕਰ, ਆ ਚਿੰਤਾ, ਆ ਦਵੈਸ਼ ਨਹੀਂ ਜਾਣੀ। ਦਿਲ ਦਾ ਫਿਕਰ ਮਤਲਬ ਚਿੰਤਾ ਹੈ,
ਫਿਕਰ ਦਾ ਮਤਲਬ ਇਹ ਜਿਹੜੀ ਦਵੈਸ਼ ਇੱਕ ਦੂਜੇ ਪ੍ਰਤੀ ਪਾਲੀ ਬੈਠੇ ਹੋ, ਇਹ ਨਹੀਂ ਜਾਣੀ। ਜਦੋਂ ਇਹ ਦਵੈਸ਼ ਚਲੀ ਜਾਏਗੀ ਫਿਰ ਤੁਸੀਂ ਦੋਵੇਂ ਬੈਠੇ, ਇੱਕ ਭਾਵੇਂ ਅੱਲਾ ਅੱਲਾ ਕਹੇ ਤੇ ਦੂਜਾ ਰਾਮ ਰਾਮ ਕਹੇ, ਤੁਹਾਨੂੰ ਇੱਕ ਦੂਜੇ ਤੇ ਕੋਈ ਇਤਰਾਜ਼ਬਾਜ਼ੀ ਨਹੀਂ ਹੋਵੇ। ਪਰ ਕੇਵਲ ਤੁਸੀਂ ਪੜ੍ਹਿਆ ਹੈ, ਉਸ ਨੂੰ ਹਿਰਦੇ 'ਚ ਧਾਰਨ ਨਹੀਂ ਕੀਤਾ, ਤੇ ਕੇਵਲ ਪੜ੍ਹਨ ਮਾਤਰ ਨਾਲ ਤੁਹਾਡੇ ਹਿਰਦੇ 'ਚੋਂ ਇਹ ਫਿਕਰ ਨਹੀਂ ਜਾਣਾ। ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜੂਰ ਖੁਦਾਏ। ਟੁਕ ਥੋੜੇ ਸਮਾਂ ਸਵਾਸ ਭਰ ਵੀ ਜੇ ਤੁਸੀਂ ਆਪਣੇ ਮਨ ਨੂੰ ਆਪਣੇ ਗੁਰੂ ਪੀਰਾਂ ਦੇ ਕਹੇ ਬਚਨਾਂ ਦੇ ਉੱਤੇ ਖਿਲਾਰ ਲਵੋ, ਖੜਾ ਕਰ ਲਵੋ ਥੋੜਾ ਸਮਾਂ ਵੀ, ਤਾਂ ਤੁਹਾਨੂੰ ਉਹ ਖੁਦਾ ਤੁਹਾਡੇ ਸਾਹਮਣੇ ਹਾਜ਼ਰਾਂ ਹਜ਼ੂਰ ਪ੍ਰਤੀਤ ਹੋਵੇਗਾ। ਮਨ ਤਾਂ ਤੁਸੀਂ ਥੋੜਾ ਜਿੰਨਾ ਸਮਾਂ ਵੀ ਨਹੀਂ ਖਿਲਾਰਦੇ ਉਹਨਾਂ ਬਚਨਾਂ ਤੇ ਜੋ ਤੁਹਾਡੇ ਗੁਰੂ ਪੀਰਾਂ ਨੇ ਤੁਹਾਨੂੰ ਕਹੇ ਨੇ। ਟੁਕ ਦਮ ਦਾ ਮਤਲਬ ਹੁੰਦਾ ਵੀ ਥੋੜਾ ਜਿਹਾ ਸਮਾਂ, ਸਵਾਸ ਭਰ ਦਾ ਸਮਾਂ ਵੀ, ਇੱਕ ਅੱਧਾ ਸਵਾਸ ਮਾਤਰ ਦਾ ਸਮਾਂ ਵੀ ਤੁਸੀਂ ਖੜਾ ਨਹੀਂ ਕੀਤਾ ਆਪਣੇ ਮਨ ਨੂੰ ਗੁਰੂ ਪੀਰਾਂ ਦੇ ਬਚਨਾਂ ਤੇ। ਕਰਾਰੀ ਨਿਸ਼ਚਾ ਤਾਂ ਕਰਕੇ ਵੇਖੋ। ਜਦੋਂ ਤੁਸੀਂ ਨਿਸ਼ਚਾ ਕਰੋਗੇ ਤੇ ਫਿਰ ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਤੁਹਾਨੂੰ ਹਾਜ਼ਰਾਂ ਹਜ਼ੂਰ ਪ੍ਰਤੀਤ ਹੋਵੇਗਾ, ਕੋਲ ਪ੍ਰਤੀਤ ਹੋਵੇ। ਹਾਂਜੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਬਚਨ ਸਾਡੇ ਤੇ ਵੀ ਲਾਗੂ ਹੁੰਦੇ। ਗੁਰਬਾਣੀ ਦੇ ਬਚਨ ਅਸੀਂ ਪੜ੍ਹਦੇ ਹਾਂ, ਪਰ ਉਹਨਾਂ ਤੇ ਇੱਕ ਪਲ ਮਾਤਰ ਦਾ ਸਮਾਂ ਵੀ ਮਨ ਨਹੀਂ ਟਿਕਾਉਂਦੇ। ਤੇ ਪਾਤਸ਼ਾਹ ਸਾਨੂੰ ਵੀ ਕਹਿ ਰਹੇ ਨੇ, ਤੁਸੀਂ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਉੱਤੇ ਆਪਣਾ ਮਨ ਟਿਕਾਓ। ਥੋੜਾ ਜਿੰਨਾ ਵੀ ਸਮਾਂ ਟਿਕਾਓਗੇ ਤੇ ਤੁਹਾਨੂੰ ਤੁਹਾਡਾ ਰੱਬ, ਤੁਹਾਡਾ ਗੁਰੂ ਹਾਜ਼ਰ ਹਜ਼ੂਰ ਪ੍ਰਤੀਤ ਹੋਵੇਗਾ ਵੀ ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਦਾ ਅੰਗ ਸੰਗੇ ਅਪੰਗੰ ਬਬੂਤੇ ਦੀ ਖੇਡ ਪ੍ਰਾਪਤ ਹੋਵੇਗੀ। ਹੇ ਬੰਦੇ ਖੋਜ ਆਪਣੇ ਹਿਰਦੇ ਨੂੰ, ਦਿਲ ਨੂੰ ਰੋਜ਼ ਖੋਜ। ਆਪਣੇ ਦਿਲ ਨੂੰ ਖੋਜ ਦਾ ਮਤਲਬ ਦਿਲ 'ਚ ਵਿਚਾਰ ਕਰ। ਕਾਹਦੀ? ਬ੍ਰਹਮ ਦੀ, ਪਰਮੇਸ਼ਰ ਦੀ ਵਿਚਾਰ। ਜਦੋਂ ਤੂੰ ਆਪਣੇ ਦਿਲ ਨੂੰ ਖੋਜੇਗਾ, ਯਾਨੀ ਕਿ ਆਪਣੇ ਦਿਲ ਹੀ ਖੋਜਣ ਦਾ ਇੱਥੇ ਅਰਥ ਹੋਵੇਗਾ ਵਿਚਾਰ ਕਰੇਗਾ ਆਪਣੇ ਦਿਲ 'ਚ ਬ੍ਰਹਮ ਦੀ, ਪ੍ਰਮਾਤਮਾ ਦੀ, ਤਾਂ ਫਿਰ ਤੂੰ ਪਰੇਸ਼ਾਨੀ ਵਿੱਚ ਨਹੀਂ ਪਵੇਗਾ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਤੂੰ ਪਰੇਸ਼ਾਨੀ 'ਚ ਨਹੀਂ ਪਵੇਗਾ ਜੇ ਤੂੰ ਆਪਣੇ ਹਿਰਦੇ 'ਚ ਹੀ ਬ੍ਰਹਮ ਨੂੰ ਖੋਜੇਗਾ, ਉਸ ਦੀ ਵਿਚਾਰ ਕਰੇਗਾ ਆਪਣੇ ਹਿਰਦੇ 'ਚ, ਤੇ ਜਦੋਂ ਬ੍ਰਹਮ ਵਿਚਾਰ ਚੱਲੇਗੀ ਉੱਥੇ ਪਰੇਸ਼ਾਨੀ ਤਾਂ ਚੱਲਣੀ ਨਹੀਂ ਹੈ। ਫਿਰ ਤੂੰ ਪਰੇਸ਼ਾਨੀ 'ਚ ਨਹੀਂ ਪਵੇਗਾ। ਇਹ ਜੋ ਦੁਨੀਆ ਸਿਹਰ ਮੇਲਾ, ਦਸਤ ਗੀਰੀ ਨਾਹੇ। ਆ ਜਿਹੜੀ ਦੁਨੀਆ ਹੈ ਭਾਈ, ਇਹ ਜਾਦੂ ਦਾ ਮੇਲਾ ਹੈ। ਸਿਹਰ ਦਾ ਮਤਲਬ ਹੁੰਦਾ ਜਾਦੂ ਦਾ ਮੇਲਾ ਹੈ। ਜਾਦੂ ਦਾ ਮੇਲਾ ਦਿਸਦਾ ਹੁੰਦਾ ਹੈ ਪਰ ਹੁੰਦਾ ਨਹੀਂ। ਜਾਦੂ 'ਚ ਜੋ ਦਿਸਦਾ ਹੈ ਉਹ ਹੁੰਦਾ ਤਾਂ ਨਹੀਂ ਹੈ। ਜਾਦੂ ਦੇ ਮੇਲੇ ਵਿੱਚ ਜਿਹੜਾ ਜਾਦੂਗਰ ਹੈ ਉਹ ਆਪਣੇ ਜਮੂਰੇ ਦੇ ਗਲ ਦੇ ਵਿੱਚ ਛੁਰਾ ਮਾਰ ਰਿਹਾ ਹੁੰਦਾ। ਉਹਦੇ ਸਰੀਰ ਨੂੰ 2 ਹਿੱਸਿਆਂ 'ਚ, 3 ਹਿੱਸਿਆਂ ਵਿੱਚ, ਟੁਕੜਿਆਂ 'ਚ, ਡੱਬੇ 'ਚ ਪਾ ਕੇ ਵੰਡਦਾ ਹੁੰਦਾ। ਪਰ ਕੀ ਉਹ ਹੁੰਦਾ ਹੈ? ਨਹੀਂ, ਪਰ ਦਿਸ ਰਿਹਾ ਹੁੰਦਾ। ਇਸੇ ਤਰ੍ਹਾਂ ਇਹ ਦੁਨੀਆ ਵੀ ਜਾਦੂ ਦਾ ਮੇਲਾ ਹੀ ਹੈ। ਦਿਸ ਰਹੀ ਹੈ ਪਰ ਜੋ ਦਿਸ ਰਿਹਾ ਉਹ ਹੈ ਨਹੀਂ ਹੈ। ਹੈ ਕੁਝ ਹੋਰ ਹੀ ਪਰ ਦਿਸ ਕੁਝ ਹੋਰ ਰਿਹਾ। ਮਾਇਆ ਵਿਖਾ ਰਹੀ ਹੈ, ਮਾਇਆ ਜਾਦੂਗਰ ਨਹੀਂ, ਉਹ ਵਿਖਾ ਰਹੀ ਹੈ ਕੁਝ ਹੋਰ ਹੀ। ਔਰ ਇਹਦੇ ਵਿੱਚ ਜੋ ਜੋ ਵੀ ਤੈਨੂੰ ਦਿਸ ਰਿਹਾ ਹੈ ਉਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਹੱਥ ਨਹੀਂ ਪਕੜਨਾ। ਦਸਤਗੀਰੀ ਦਾ ਦਸਤ ਮਤਲਬ ਹੱਥ, ਗੀਰੀ ਮਤਲਬ ਪਕੜਨਾ। ਕਿਸੇ ਨੇ ਵੀ ਤੇਰਾ ਹੱਥ ਨਹੀਂ ਪਕੜਨਾ ਉਹਨਾਂ ਵਿੱਚੋਂ। ਮਤਾ ਤੇਰੇ ਮਨ 'ਚ ਭੁਲੇਖਾ ਹੋਵੇ ਵੀ ਆਹ ਜਿਹੜੇ ਦਿਸ ਰਹੇ ਨੇ ਸੱਜਣ ਸੰਬੰਧੀ ਮਿੱਤਰ, ਇਹ ਤੇਰਾ ਹੱਥ ਫੜਨਗੇ,
ਜਦੋਂ ਉਹ ਸਮਾਂ ਆਉਣਾ ਹੈ, ਇਹਨਾਂ ਵਿੱਚੋਂ ਕਿਸੇ ਨੇ ਵੀ ਤੇਰਾ ਹੱਥ ਨਹੀਂ ਪਕੜਨਾ। ਰਹਾਉ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ। ਦਰੋਗ ਦਾ ਅਰਥ ਹੁੰਦਾ ਝੂਠਾ। ਜਿਹੜਾ ਝੂਠਾ ਬੰਦਾ ਹੈ, ਝੂਠਾ, ਉਹ ਪੜਦਾ ਸ਼ਾਸਤਰਾਂ ਨੂੰ, ਧਰਮ ਗ੍ਰੰਥਾਂ ਨੂੰ ਪੜਦਾ। ਉਹ ਪੜ ਪੜ ਕੇ ਨਾ ਜੋ ਪੜਿਆ ਉਸ ਪਾਸਿਓਂ ਬੇਖਬਰ ਹੈ ਵੀ ਉਹ ਧਰਮ ਗ੍ਰੰਥ ਕਹਿ ਕੀ ਰਹੇ ਨੇ। ਉਹ ਕੇਵਲ ਇਸ ਲਈ ਪੜਦਾ ਬੇਖਬਰ ਹੋ ਕੇ ਉਹ ਫਿਰ ਝਗੜਾ ਵਖਿਆਣ ਕਰਦਾ, ਵੇਖੋ ਜੀ ਤੁਹਾਡੇ ਗ੍ਰੰਥ 'ਚ ਆਹ ਲਿਖਿਆ, ਆਹ ਗਲਤ ਲਿਖਿਆ, ਜਿਹੜੇ ਗ੍ਰੰਥ ਨੂੰ ਤੁਸੀਂ ਪੜ੍ਹਦੇ ਹੋ ਉਹਦੇ 'ਚ ਆਹ ਗਲਤ ਲਿਖਿਆ। ਉਹ ਜੇ ਪੜ੍ਹਦਾ ਵੀ ਆ ਤਾਂ ਉਹਨੇ ਵਤੰਡਾ ਕਰਨ ਵਾਸਤੇ ਪੜ੍ਹਨਾ, ਜਿਵੇਂ ਪੰਡਤ ਤੇ ਕਾਜੀ ਦੋਵੇਂ, ਵੇਖੋ ਜੀ ਤੁਹਾਡੀ ਕੁਰਾਨ 'ਚ ਆਹ ਲਿਖਿਆ, ਉਹ ਕਹੇ ਜੀ ਤੁਹਾਡੇ ਪੁਰਾਣ 'ਚ ਆਹ ਲਿਖਿਆ। ਜੋ ਅਸਲੀ ਸਿਧਾਂਤ ਆ ਉਹਨਾਂ ਧਰਮ ਗ੍ਰੰਥਾਂ ਤੋਂ, ਉਹਨਾਂ ਤੋਂ ਦੋਵੇਂ ਬੇਖਬਰ ਨੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਾਡੇ ਸਿੱਖਾਂ ਵਿੱਚ ਵੀ ਹੈਣ ਕਈ ਐਸੇ ਵੀਰ ਜਿਹੜੇ ਆਖਣ, ਵੇਖੋ ਜੀ ਆਹ ਗ੍ਰੰਥ ਵਿੱਚ ਆਹ ਲਿਖਿਆ ਹੋਇਆ ਜੀ, ਆਹ ਵੇਖੋ ਜੀ ਆਹ। ਉਹਨਾਂ ਨੂੰ ਸਿਰਫ ਝਗੜਾ ਹੀ ਦਿਸਦਾ ਹੈ, ਉਹਦਾ ਸਿਧਾਂਤ ਨਹੀਂ ਦਿਸਦਾ, ਸਿਧਾਂਤ ਨਹੀਂ ਦਿਸਦਾ। ਚਿੱਚੜ ਦੀ ਬਿਰਤੀ ਕੀ ਹੁੰਦੀ ਆ? ਦੁੱਧ ਦੇ ਥਣ ਨਾਲ ਲੱਗਾ ਹੋਇਆ ਵੀ ਖੂਨ ਚੂਸਦਾ ਨਾਲ, ਹਾਲਾਂਕਿ ਅੰਮ੍ਰਿਤ ਵਰਗਾ ਦੁੱਧ ਹੈ, ਉਹ ਨਹੀਂ ਪੀਂਦਾ। ਉਹਦੀ ਬਿਰਤੀ ਆ, ਉਹਨੇ ਚਿੱਚੜ ਨੇ ਖੂਨ ਹੀ ਚੂਸਣਾ ਹੈ, ਸੁਭਾਅ ਹੈ। ਤੋ ਏਦਾਂ ਉਹ ਬੇਖਬਰ ਹੋਏ ਬਾਦ ਬਕਾਹੇ, ਤੇ ਜਦੋਂ ਬਾਦ ਬਕਦੇ ਨੇ, ਝਗੜਾ ਉਠਾਉਂਦੇ ਨੇ, ਵੇਖੋ ਜੀ ਆਹ ਗਲਤ ਲਿਖਿਆ। ਫਿਰ ਬੜੇ ਖੁਸ਼ੀ ਦੇ ਨਾਲ, ਵੇਖੋ ਜੀ ਖੁਸ਼ੀ ਨਾਲ ਖੁਸ਼ ਹੁੰਦੇ ਆ, ਵੇਖੋ ਜੀ ਸਾਨੂੰ ਪਤਾ ਤੁਹਾਡੇ ਗ੍ਰੰਥ 'ਚ ਆਹ ਲਿਖਿਆ ਹੋਇਆ, ਅਸੀਂ ਪੜ੍ਹਿਆ ਹੋਇਆ। ਏਦਾਂ ਤਾਂ ਨਹੀਂ ਕਹਿੰਦੇ, ਅਸੀਂ ਪੜ੍ਹ ਕੇ ਕਹਿ ਰਹੇ ਹਾਂ। ਹਾਂਜੀ, ਹੱਕ ਸੱਚ ਖਾਲਕ ਖਾਲਕ ਮਿਆਨੇ ਸਿਆਮ ਮੂਰਤ ਨਾਹੇ। ਉਹ ਹੱਕ ਜੋ ਸੱਚ ਸਰੂਪ, ਸੱਚ ਸਦਾ ਸਥਿਰ ਰਹਿਣ ਵਾਲਾ ਖਾਲਕ ਮਾਲਕ ਹੈ, ਪ੍ਰਮਾਤਮਾ ਹੈ। ਉਹ ਖਲਕ ਮਿਆਨੇ, ਖਲਕ ਦਾ ਮਤਲਬ ਹੁੰਦਾ ਆ ਦੁਨੀਆ, ਉਹ ਇਹਦੇ ਵਿੱਚ ਹੀ ਹੈ। ਮਿਆਨੇ ਦਾ ਮਿਆਨ ਹੁੰਦਾ ਨਾ, ਜਿਵੇਂ ਤਲਵਾਰ ਦਾ ਮਿਆਨ ਹੁੰਦਾ। ਕਹਿੰਦੇ ਆ ਖਲਕ ਮਿਆਨ ਹੈ, ਔਰ ਉਹ ਖਾਲਕ ਇਹਦੇ ਵਿੱਚ ਵਸਣ ਵਾਲਾ ਹੈ। ਉਹ ਖਾਲਕ ਇਹਦੇ ਵਿੱਚ ਵਸਦਾ। ਉਦਾਂ ਕਹਿੰਦੇ ਆ ਵੀ ਖਾਲਕ ਖਲਕ ਵਿੱਚ ਵਸਦਾ ਹੈ, ਤੇ ਖਲਕ ਦਾ ਮਨ ਨਾ ਦੁਖਾਓ। ਤੇ ਜਦੋਂ ਕਿਸੇ ਦੇ ਗ੍ਰੰਥ ਉੱਤੇ, ਕਿਸੇ ਦੇ ਧਰਮ ਗ੍ਰੰਥ ਦੇ ਉੱਤੇ ਜਿਨ੍ਹਾਂ ਤੇ ਉਹਨਾਂ ਨੂੰ ਆਸਥਾ ਹੈ, ਨਿਸ਼ਚਾ ਹੈ, ਉਹਦਾ ਖੰਡਨ ਕਰਦੇ ਹੋ, ਉਹਦੇ ਵਿੱਚ ਤੁਸੀਂ ਊਜਬਾਜ਼ੀਆਂ ਕਰਦੇ ਹੋ, ਤੇ ਜਦੋਂ ਉਹਨਾਂ ਦਾ ਹਿਰਦਾ ਦੁਖਦਾ, ਜਿਹੜੇ ਉਸ ਗ੍ਰੰਥ ਤੇ ਆਸਥਾ ਰੱਖਦੇ ਨੇ, ਕੀ ਉਹ ਖਲਕਤ ਵਿੱਚ ਨਹੀਂ ਆਉਂਦੇ? ਫਿਰ ਉਹ ਖਲਕਤ ਦਾ ਮਨ ਨਹੀਂ ਦੁਖਦਾ? ਫਿਰ ਤਾਂ ਟਕਵਾਂਜੀ ਕੀਤਾ ਨਾ ਵੀ ਅਸੀਂ ਤਾਂ ਜੀ ਖਲਕਤ ਦਾ ਮਨ ਨਹੀਂ ਦੁਖਾਉਂਦੇ। ਜਦੋਂ ਇੱਕ ਦੂਜੇ ਦੇ ਧਰਮ ਗ੍ਰੰਥਾਂ ਤੇ ਦੂਸ਼ਣਬਾਜ਼ੀਆਂ ਕਰਨੀਆਂ ਨੇ, ਪੰਡਤ ਕਰ ਰਿਹਾ ਸੀ, ਕਾਜੀ ਵੀ ਕਰ ਰਿਹਾ ਸੀ, ਤਾਂ ਫਿਰ ਭਾਈ ਇਹ ਗੱਲ ਵੀ ਨੂੰ ਹੀ ਸਮਝੋ ਕਿ ਉਹ ਖਾਲਕ ਇਸ ਖਲਕਤ ਦੇ ਮਿਆਨ ਵਿੱਚ ਵਸਦਾ ਹੈ। ਮਿਆਨੇ ਦਾ ਮਤਲਬ ਉਹ ਵਿੱਚ ਵਸਦਾ ਹੈ। ਦੁਬਾਰਾ ਪੜ੍ਹੀਏ ਜੀ। ਸਿਆਮ ਮੂਰਤ ਨਾਹੇ। ਸ਼ਾਮ ਆਦਿਕ ਵਰਣ ਦਾ ਨਹੀਂ ਹੈ, ਵੀ ਜੇ ਕਹੋ ਵੀ ਉਹ ਸ਼ਾਮ ਸਾਵਲਾ ਹੈ, ਇਹੋ ਜੀ ਮੂਰਤ ਵਾਲਾ ਨਹੀਂ ਹੈ। ਅਸਮਾਨ ਮਿਆਨੇ ਲਹੰਗ ਦਰਿਆ। ਜੇ ਤੁਸੀਂ ਕਹੋ ਵੀ ਉਹ ਸਤਵੇਂ ਆਕਾਸ਼ ਤੇ ਹੈ, ਵੀ ਉੱਥੇ ਵਸਦਾ, ਤਾਂ ਐਸਾ ਵੀ ਨਹੀਂ। ਕਿਉਂ? ਲਹੰਗ ਦਰਿਆ, ਉਹ ਤੇਰੇ ਅੰਦਰ ਜਿਵੇਂ ਦਰਿਆ ਠਾਠਾ ਮਾਰਦਾ, ਤੇਰੇ ਅੰਤਸ਼ਕਰਨ ਰੂਪੀ ਅਸਮਾਨ ਦੇ ਵਿੱਚ, ਅਸਮਾਨ ਮਿਆਨੇ, ਮਿਆਨੇ ਇੱਥੇ ਵੀ ਵਿੱਚ, ਆਸਮਾਨ ਤੇਰਾ ਜਿਹੜਾ ਹਿਰਦਾ ਅੰਤਸ਼ਕਰਨ ਰੂਪੀ ਆਕਾਸ਼ ਹੈ, ਇਹਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਦਰਿਆ ਵਾਂਗੂ ਠਾਠਾ ਮਾਰ ਰਿਹਾ। ਉਹ ਤਾਂ ਤੇਰੇ ਅੰਦਰ ਠਾਠਾ ਮਾਰ ਰਿਹਾ, ਸਤਵੇਂ ਆਕਾਸ਼ ਤੇ ਨਹੀਂ ਹੈ, ਨਾ ਹੀ ਉਹ ਸਿਆਮ ਮੂਰਤ ਵਾਲਾ ਹੈ। ਉਹ ਤਾਂ ਤੇਰੇ ਅੰਦਰ, ਤੇਰੇ ਅੰਤःਕਰਨ ਦੇ ਵਿੱਚ, ਜਿਹੜਾ ਤੇਰਾ ਅੰਤःਕਰਨ ਦਾ ਆਕਾਸ਼ ਹੈ, ਇਹਦੇ ਵਿੱਚ ਦਰਿਆ ਵਾਂਗੂ ਠਾਠਾ ਪਿਆ ਮਾਰਦਾ। ਹਾਂਜੀ, ਗੁਸਲ ਕਰਦਨਾ ਬੂਦ। ਕਹਿੰਦੇ ਉਹਦੇ ਵਿੱਚ ਤੂੰ ਇਸ਼ਨਾਨ ਨਹੀਂ ਕਰਦਾ।
ਉਹਦੇ 'ਚ ਇਸ਼ਨਾਨ ਕਰਨਾ ਚਾਹੀਦਾ ਸੀ, ਜਿਹੜਾ ਉਹ ਤੇਰੇ ਅੰਦਰ ਦਰਿਆ ਉਹਦੇ ਵਿੱਚ ਤੂੰ ਗੁਸਲ ਦਾ ਮਤਲਬ ਹੁੰਦਾ ਇਸ਼ਨਾਨ ਕਰਨਾ, ਕਿਉਂਕਿ ਇਹ ਫਾਰਸੀ ਦੇ ਸ਼ਬਦ ਨੇ। ਗੁਸਲ ਕਰਦ ਨਬੂਦ ਪਾਠ ਵੀ ਹੈ ਤੇ ਗੁਸਲ ਕਰਦਨ ਬੂਦ ਪਾਠ ਵੀ, ਦੋਵੇਂ ਪਾਠ ਕੀਤੇ ਜਾਂਦੇ। ਕਰਦਨ ਬੂਦ ਜਦੋਂ ਪਾਠ ਕਰਾਂਗੇ ਉਦੋਂ ਅਰਥ ਹੋਵੇਗਾ ਵੀ ਤੂੰ ਉਹਦੇ 'ਚ ਇਸ਼ਨਾਨ ਕਰ, ਇਸ਼ਨਾਨ ਕਰ। ਤੇ ਜਦੋਂ ਕਰਦ ਨਬੂਦ ਕਹਾਂਗੇ ਇਹਦਾ ਮਤਲਬ ਤੂੰ ਪੁੱਛਦੇ ਨੇ, ਸਵਾਲ ਕਰਦੇ ਨੇ ਵੀ ਤੂੰ ਉਹਦੇ 'ਚ ਇਸ਼ਨਾਨ ਕਿਉਂ ਨਹੀਂ ਕਰਦਾ, ਕਿਉਂ ਨਹੀਂ ਉਹਦੇ 'ਚ ਇਸ਼ਨਾਨ ਕਰਦਾ, ਇਹ ਪੁੱਛਦੇ ਹਨ। ਹਾਂਜੀ। ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾਂ ਮੌਜੂਦ। ਕਰ ਫਕਰ, ਫਕਰ ਦਾ ਮਤਲਬ ਫਕੀਰੀ ਦਾ ਚਸ਼ਮਾ ਲਾ ਆਪਣੇ ਨੇਤਰਾਂ ਤੇ, ਯਾਨੀ ਕਿ ਵਿਰਾਗਵਾਨ ਹੋ। ਇੱਕ ਬੀੜ ਦੇ ਵਿੱਚ, ਕਈ ਪੁਰਾਤਨ ਬੀੜਾਂ ਵਿੱਚ ਫਿਕਰ ਪਾਠ ਵੀ ਆਇਆ, ਫਿਕਰ, ਫੱਫੇ ਨੂੰ ਸਿਆਰੀ ਲਾ ਕੇ ਫਿਕਰ। ਫਰੀਦਕੋਟੀ ਟੀਕਾ ਜਦੋਂ ਕੀਤਾ ਉਹਨਾਂ ਨੇ ਦਰਸ਼ਨ ਕੀਤੇ, ਯਾਨੀ ਕਿ ਤੂੰ ਫਿਕਰ ਦਾ ਇੱਥੇ ਅਰਥ ਵਿਰਾਗ ਕਰ। ਫਕਰ ਦਾ ਮਤਲਬ ਫਕੀਰੀ, ਫਕੀਰੀ ਦਾ ਮਤਲਬ ਕੀ ਹੁੰਦਾ, ਨਿਰਚਾਵਾਨ ਤੇ ਨਿਰਖਵਾਹਿਸ਼ ਹੋ ਜਾਣਾ। ਫਕੀਰੀ ਦਾ ਮਤਲਬ ਬਾਹਰਲੇ ਲਿਬਾਸ ਨਾਲ ਹੀ ਨਹੀਂ ਹੁੰਦਾ, ਫਕੀਰੀ ਦਾ ਮਤਲਬ ਵੀ ਜਦੋਂ ਬਿਲਕੁਲ ਬੇਪਰਵਾਹੀ ਦਾ ਆਲਮ ਬਣ ਜਾਣਾ। ਕਹਿੰਦੇ ਉਹ ਚਸ਼ਮਾ ਲਾ ਆਪਣੀਆਂ ਅੱਖਾਂ ਤੇ। ਦੁਬਾਰਾ ਪੜ੍ਹੀਏ ਜੀ। ਕਰ ਫਕਰ ਦਾਇਮ ਲਾਏ ਚਸ਼ਮੇ। ਇਹ ਚਸ਼ਮੇ ਲਾ ਅੱਖਾਂ ਦੇ ਉੱਤੇ, ਆ ਚਸ਼ਮਾ ਆ ਨੇਤਰਾਂ ਤੇ ਲਾ ਫਕੀਰੀ ਦਾ। ਜਹ ਤਹ ਮੌਜੂਦ। ਜਦੋਂ ਇਹ ਚਸ਼ਮਾ ਲਾ ਕੇ ਵੇਖੇਗਾ ਤੇ ਫਿਰ ਕੀ ਵੇਖੇਗਾ, ਜਹ ਤਹ ਮੌਜੂਦ, ਜਿੱਥੇ ਕਿੱਥੇ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਪ੍ਰਤੀਤ ਹੋਵੇਗਾ। ਦਰਅਸਲ ਅੱਖਾਂ ਦੀ ਰੋਸ਼ਨੀ ਘੱਟ ਹੋਣ ਕਰਕੇ ਦਿਸਦਾ ਨਹੀਂ ਪਿਆ, ਚਸ਼ਮਾ ਲਾਣਾ ਪੈਣਾ। ਤੇ ਚਸ਼ਮਾ ਕਿਹੜਾ, ਚਸ਼ਮਾ ਹੈ ਫਕੀਰੀ ਦਾ, ਨਿਰਚਾਵਾਨ, ਵਿਰਾਗਵਾਨ, ਬੇਪਰਵਾਹੀ ਦਾ। ਇਹ ਚਸ਼ਮਾ ਲਾ ਕੇ ਵੇਖ, ਤੈਨੂੰ ਹਰ ਜਗ੍ਹਾ ਤੇ ਹਰ ਥਾਂ ਤੇ ਕਬੀਰ ਜੀ ਮਹਾਰਾਜ ਜੀ ਕਹਿੰਦੇ ਉਹ ਮੌਜੂਦ ਹਾਜ਼ਰ ਪ੍ਰਤੀਤ ਹੋਵੇਗਾ। ਅੱਲਾਹ ਪਾਕੰ ਪਾਕ ਹੈ। ਅੱਲਾਹ ਯਾਨੀ ਕਿ ਜੋ ਆਪ ਹੀ ਹੈ, ਖੁਦ ਹੁਕਮ ਕਰਨੇ ਵਾਲਾ ਹੁਕਮੀ, ਉਹ ਪਾਕੰ ਪਾਕ, ਪਵਿੱਤਰ ਤੋਂ ਵੀ ਪਵਿੱਤਰ ਹੈ, ਪਾਵਨ ਤੋਂ ਵੀ ਪਾਵਨ ਹੈ। ਦੁਨੀਆ ਦੀਆਂ ਜਿਤਨੀਆਂ ਪਵਿੱਤਰ ਹਸਤੀਆਂ ਨੇ ਉਹਨਾਂ ਸਾਰਿਆਂ ਵਿੱਚ ਉਸੇ ਦੀ ਪਵਿੱਤਰਤਾ ਹੈ। ਹਾਂਜੀ। ਸ਼ੱਕ ਕਰੋ ਜੇ ਦੂਸਰ ਹੋਏ। ਸ਼ੱਕ ਦਾ ਅਰਥ ਸੰਦੇਹ। ਮੈਂ ਸੰਸਾ ਤਾਂ ਕਰਾਂ ਜੇ ਉਹਦੇ ਤੋਂ ਬਿਨਾਂ ਦੂਜਾ ਹੋਵੇ ਕੋਈ, ਉਸ ਅੱਲਾਹ ਤੋਂ ਬਿਨਾਂ ਕੋਈ ਦੂਜਾ ਹੋਵੇ ਤਾਂ ਮੈਂ ਸੰਦੇਹ ਕਰਾਂ। ਨਹੀਂ ਜੀ ਏਦਾਂ ਨਹੀਂ, ਏਦਾਂ ਹੈ। ਕਹਿੰਦੇ ਸੰਦੇਹ ਦੀ, ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ, ਹੈ ਹੀ ਉਹ ਇੱਕ। ਸ਼ੱਕ ਤਾਂ ਉਦੋਂ ਹੁੰਦਾ ਵੀ ਜਦੋਂ ਇੱਕ ਵਰਗਾ ਦੂਜਾ ਹੁੰਦਾ। ਯਾਰ ਲੱਗਦਾ ਦੂਜਾ ਵੀ ਹੈ ਸੀ ਉੱਥੇ ਕੋਈ। ਦੂਜਾ ਹੋਵੇ ਤੇ ਸ਼ੱਕ, ਜਦੋਂ ਕੱਲਾ ਹੀ ਸਾਹਮਣੇ ਖੜਾ ਤੇ ਆਪਾਂ ਕਹਿੰਦੇ ਵੀ ਕੱਲਾ ਫਲਾਣਾ ਹੀ ਖੜਾ, ਉਹਦੇ ਨਾਲ ਦੂਜਾ ਹੋਵੇਗਾ ਕੋਈ ਤੇ ਕਹਾਂਗੇ ਵੀ ਕੋਈ ਦੂਜਾ ਵੀ ਹੈ ਨਾਲ, ਪਰ ਪਤਾ ਨਹੀਂ ਕੌਣ। ਪਰ ਰੱਬ ਵਰਗਾ ਤਾਂ ਕੋਈ ਦੂਜਾ ਹੈ ਹੀ ਨਹੀਂ, ਤੇ ਫਿਰ ਸ਼ੱਕ ਕਾਹਦਾ ਕਰਨਾ, ਸੰਦੇਹ ਕਾਹਦਾ ਕਰਨਾ, ਉਹਦੇ ਵਰਗਾ ਉਹੀ ਹੈ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਕਬੀਰ ਜੀ ਮਹਾਰਾਜ ਜੀ ਕਹਿੰਦੇ ਜਿਹੜੀ ਬਖਸ਼ਿਸ਼ ਹੈ ਨਾ, ਉਹ ਬਖਸ਼ਿਸ਼ ਦਾ ਮਾਲਕ ਹੈ ਕਰੀਮ। ਉਹ ਬਖਸ਼ਿਸ਼ ਉਹਨੇ ਆਪਣੇ ਕੋਲ ਰੱਖੀ ਹੋਈ ਹੈ। ਜਿਸ ਤੇ ਉਸਨੇ ਆਪਣੀ ਬਖਸ਼ਿਸ਼ ਕਰਨੀ ਹੈ, ਜਿਸ ਨੂੰ ਉੱਪਰਲੀ ਦੱਸੀ ਖੇਡ ਜਣਾਉਣੀ ਹੈ, ਉਹੀ ਜਾਣੇਗਾ। ਜਿਸ ਨੂੰ ਜਣਾਏਗਾ ਉਹ ਜਾਣੇਗਾ, ਜਿਸ ਤੇ ਉਹਦੀ ਬਖਸ਼ਿਸ਼ ਵਰਤੇਗੀ ਉਹ ਕਰੀਮ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।